हेलो स्टूडेंट्स, वेलकम टू ऑनलाइन क्लास। मैं सुखवंत सिंह। ਆਪਾਂ ਕਰ ਰਹੇ ਹਾਂ ਪਲੱਸ 2 ਦਾ ਪੰਜਾਬੀ ਸਾਹਿਤ। ਪਲੱਸ 2 ਦੇ ਪੰਜਾਬੀ ਸਾਹਿਤ ਦੇ ਵਿੱਚ ਆਪਾਂ ਕਰ ਰਹੇ ਸੀ ਕਾਵਿ ਸੰਗ੍ਰਹਿ। ਕਾਵਿ ਸੰਗ੍ਰਹਿ ਦੇ ਵਿੱਚ ਆਪਣਾ ਦੂਜਾ ਲੈਸਨ ਪ੍ਰੋਫੈਸਰ ਪੂਰਨ ਸਿੰਘ ਦੇ ਜਿਹੜੀਆਂ ਕਵਿਤਾਵਾਂ ਚੱਲ ਰਹੀਆਂ ਸਨ। ਪਹਿਲੀ ਕਵਿਤਾ ਆਪਾਂ ਕਰ ਲਈ ਸੀ ਪੰਜਾਬ ਦੇ ਮਜ਼ੂ। ਦੂਜੀ ਕਵਿਤਾ ਹੈ ਹਲ ਵਾਹੁਣ ਵਾਲੇ। ਹਲ ਵਾਹੁਣ ਵਾਲੇ ਜਿਹੜੇ ਹਲ ਵਾਹੁੰਦੇ ਹੈ ਪੰਜਾਬ ਦਾ ਕਿਸਾਨ, ਪੰਜਾਬ ਦਾ ਕਿਸਾਨ ਦੀ ਇਹਦੇ ਵਿੱਚ ਗੱਲ ਕੀਤੀ ਹੈ। ਉਹ ਤੇ ਚਰਚਾ ਕਰਦੇ ਹੈ ਪ੍ਰੋਫੈਸਰ ਪੂਰਨ ਸਿੰਘ ਇਸ ਕਵਿਤਾ ਵਿੱਚ। ਤਾਂ ਆਪਣੀ ਕਵਿਤਾ ਦਾ ਨਾਮ ਹੈ ਹਲ ਵਾਹੁਣ ਵਾਲੇ। ਕਵਿਤਾ ਦਾ ਨਾਮ ਹੈ ਹਲ ਵਾਹੁਣ ਵਾਲੇ। ਇਸ ਕਵਿਤਾ ਦੇ ਕਵੀ ਹਨ ਪ੍ਰੋਫੈਸਰ ਪੂਰਨ ਸਿੰਘ। ਪ੍ਰੋਫੈਸਰ ਪੂਰਨ ਸਿੰਘ ਹਨ। ਤਾਂ ਸਭ ਤੋਂ ਪਹਿਲਾਂ ਆਪਾਂ ਇਹਦੇ ਵਿੱਚ ਜਿਹੜੀ ਇਹ ਕਵਿਤਾ ਹੈ, ਇਸ ਵਿੱਚ ਕਵੀ ਨੇ ਕੀ ਦੱਸਿਆ ਹੈ ਇਹਦਾ ਆਪਾਂ ਥੋੜਾ ਸਾਰ ਸਮਝ ਲੈਂਦੇ ਹਾਂ, ਫਿਰ ਆਪਾਂ ਨੂੰ ਕਵਿਤਾ ਸੌਖੀ ਸਮਝ ਆ ਜਾਊਗੀ। ਤਾਂ ਜਿਹੜਾ ਕਵੀ ਹੈ ਉਹ ਕਲਪਨਾ ਕਰਦਾ ਹੈ ਕਿ ਮੈਂ ਜਿਹੜਾ ਉਸਨੇ ਆਪਣੀ ਪੜ੍ਹਾਈ ਲਿਖਾਈ ਸਾਰੀ ਛੱਡ ਕੇ ਉਹ ਖੇਤੀ ਦੇ ਕੰਮ 'ਚ ਲੱਗ ਗਿਆ। ਕਵੀ ਕਹਿੰਦਾ ਹੈ ਕਿ ਮੇਰਾ ਜਿਹੜੀਆਂ ਕਿਤਾਬਾਂ ਹੈ ਉਹ ਖੇਤ ਹੈ, ਕਿ ਮੇਰੀਆਂ ਕਿਤਾਬਾਂ ਕੀ ਹੈ, ਖੇਤ ਹਨ। ਮੇਰਾ ਵਾਹੀ ਦੇ ਕੰਮ ਦੇ ਵਿੱਚ ਦਿਲ ਲੱਗ ਗਿਆ, ਮੈਂ ਪੜ੍ਹਨਾ ਪੜ੍ਹਾਉਣਾ ਛੱਡ ਦਿੱਤਾ, ਕਿਤਾਬਾਂ ਮੇਰਾ ਖੇਤ ਬਣ ਗਈਆਂ ਤੇ ਜੱਟ ਬੂਟ ਭਾਵ ਜਿਹੜੇ ਜ਼ਮੀਨ ਦੇ ਮਾਲਕ ਹੈ, ਜ਼ਮੀਨ ਦੇ, ਉਹ ਮੇਰੇ ਯਾਰ ਬੇਲੀ ਬਣ ਗਏ। ਉਹ ਮੈਨੂੰ ਲੱਸੀ ਦਾ ਛੰਨਾ ਪੀਣ ਲਈ ਦਿੰਦੇ ਹੈ, ਮੱਕੇ ਬਾਜਰੇ ਦੀ ਰੋਟੀ ਦਿੰਦੇ ਹੈ ਤੇ ਇੱਕ ਪਿੰਨੀ ਜਿਹੜੀ ਮੱਖਣ ਦੀ ਦਿੰਦੇ ਹੈ। ਇਸ ਤਰ੍ਹਾਂ ਉਹ ਗੱਲ ਕਰਦਾ ਹੈ। ਫਿਰ ਉਹ ਆਖਦਾ ਹੈ ਕਿ ਮੈਨੂੰ ਖਾਣ ਲਈ ਸਾਗ, ਛੋਲੇ, ਜਵਾਰ ਤੇ ਮੱਕੀ ਦੇ ਭੁੱਜੇ ਹੋਏ ਦਾਣੇ ਦਿੰਦੇ ਆ ਖਾਣ ਨੂੰ। ਫਿਰ ਇਹਨਾਂ ਜਿਹੜੇ ਖੇਤ ਹੈ, ਇਹ ਜ਼ਿਮੀਦਾਰ ਹੈ, ਕਿਸਾਨ ਹੈ, ਇਹਨਾਂ ਜਿਹੜੇ ਖੂਹਾਂ ਦਾ ਪਾਣੀ ਹੈ ਉਹ ਠੰਡਾ ਹੈ। ਠੰਡਾ ਪਾਣੀ ਪੀ ਕੇ ਲੇਖਕ ਦਾ ਮਨ ਠਰਦਾ ਹੈ, ਠੰਡਾ ਠਾਰ ਹੋ ਜਾਂਦਾ ਹੈ। ਤੇ ਇਹਨਾਂ ਮਿਹਨਤੀ ਲੋਕਾਂ ਨੇ ਆਪਣੀ ਮਿਹਨਤ ਦੇ ਨਾਲ ਜਿਹੜੇ ਟਿੱਬੇ ਹੈ, ਜਿਹੜੇ ਉੱਚੇ ਉੱਚੇ ਟਿੱਬੇ ਬਣੇ ਹੋਏ ਸੀ, ਉਹਨਾਂ ਨੂੰ ਢਾਹ ਕੇ ਵਾਹ ਕੇ ਇੱਕ ਪੱਧਰ ਮੈਦਾਨ ਬਣਾ ਦਿੱਤਾ। ਫਿਰ ਉਸ ਤੋਂ ਬਾਅਦ ਗੱਲ ਕਰਦਾ ਹੈ ਕਿ ਹਲ ਵਾਹੁਣ ਵਾਲੇ ਪੂਰੀ ਮਿਹਨਤ ਕਰਦੇ ਹੈ, ਘਾਲਾਂ ਘਾਲਦੇ ਹੈ, ਬੀਜ ਬੀਜਦੇ ਹੈ, ਦਿਨ ਰਾਤ ਮਿਹਨਤ ਕਰਦੇ ਹੈ, ਸਖਤ ਹੱਡ ਤੋੜ ਮਿਹਨਤ ਕਰਦਾ ਹੈ ਜਿਹੜਾ ਹਲ ਵਾਹੁਣ ਵਾਲਾ ਕਿਸਾਨ ਹੈ। ਉਹਦੇ ਖਾਂਦਾ ਥੋੜਾ ਹੈ, ਪਾਉਣ ਲਈ ਮੋਟਾ ਸੋਟਾ ਕੱਪੜਾ, ਜਿਹੜਾ ਕੱਪੜਾ ਪਾਉਂਦਾ ਹੈ ਮੋਟਾ ਸੋਟਾ ਭਾਵ ਜਿਹਾ ਮਿਲ ਗਿਆ ਪਾ ਲਿਆ, ਕੋਈ ਫਰਕ ਨਹੀਂ ਕਰਦਾ। ਖਾਣ ਨੂੰ ਥੋੜਾ, ਖਾਂਦਾ ਥੋੜਾ ਹੈ, ਪਹਿਨਣਾ ਮੋਟਾ ਸੋਟਾ ਹੈ। ਤੇ ਜਦੋਂ ਬੀਜ ਬੀਜਦਾ ਹੈ ਤਾਂ ਮੁੜ ਮੁੜ ਬੱਦਲਾਂ ਵੱਲ ਦੇਖਦਾ ਹੈ ਤੇ ਰੱਬ ਤੇ ਆਸ ਰੱਖਦਾ ਹੈ ਕਿ ਉਹਦੇ ਸਾਰੇ ਕੰਮ ਰੱਬ ਪੂਰਨ ਕਰੂਗਾ। ਫਿਰ ਉਹ ਫਸਲ ਜਦੋਂ ਮੁੜ ਮੁੜ ਬੱਦਲਾਂ ਵੱਲ ਦੇਖਦਾ ਹੈ, ਉਹ ਆਸ ਕਰਦਾ ਹੈ ਕਿ ਮੀਂਹ ਪਵੇ ਤੇ ਜਿਹਦੇ ਨਾਲ ਫਸਲ ਹੈ ਵਧੇ ਫੁੱਲੇ ਤੇ ਉਹਦੀ ਫਸਲ ਚੰਗੀ ਹੋਵੇ। ਉਹਦੇ ਮਨ ਦੇ ਵਿੱਚ ਇਹ ਉਮੀਦ ਰਹਿੰਦੀ ਹੈ, ਮੀਂਹ ਦੀ ਉਡੀਕ ਰਹਿੰਦੀ ਹੈ। ਇਹ ਕਿਸਾਨ ਸਾਰੇ ਜੱਗ ਨੂੰ ਦਾ ਭੰਡਾਰੀ ਹੈ। ਜਿਹੜਾ ਕਿਸਾਨ ਨੂੰ, ਕੋਈ ਵੀ ਕਿਸਾਨ ਹੈ ਕਿਥੋਂ ਦਾ ਵੀ ਹੈ, ਉਹ ਸਾਰੇ ਜੱਗ ਦਾ ਭੰਡਾਰੀ ਹੈ। ਜੇ ਅੱਜ ਆਪਾਂ ਨੂੰ ਕੁਝ ਖਾਣ ਨੂੰ ਮਿਲਦਾ ਹੈ, ਖਾਣ ਨੂੰ ਆਪਣੇ ਜੋ ਵੀ ਆਪਾਂ ਨੂੰ ਵਰਤੋਂ ਕਰਦੇ ਆ ਖਾਣ ਪੀਣ ਦੇ ਵਿੱਚ, ਪਹਿਨਣ 'ਚ, ਤਾਂ ਆਪਣੇ ਇਹ ਸਭ ਕਿੱਥੋਂ ਪੈਦਾ ਹੁੰਦੀ ਹੈ? ਖੇਤਾਂ ਦੇ ਵਿੱਚ ਜ਼ਮੀਨ ਤੇ ਪੈਦਾ ਕੇ ਕਰਦਾ ਹੈ ਕਿਸਾਨ। ਉਹਦੀ ਮਿਹਨਤ ਦੇ ਨਾਲ ਹੀ ਅੱਜ ਆਪਾਂ ਤਰ੍ਹਾਂ ਤਰ੍ਹਾਂ ਦੇ ਖਾਣੇ ਖਾਣ ਵਾਸਤੇ, ਪਹਿਨਣ ਵਾਲੇ ਕੱਪੜੇ, ਜੋ ਵੀ ਚੀਜ਼ਾਂ ਮਿਲਦੀਆਂ, ਤਾਂ ਜੋ ਵੀ ਆਪਣੀਆਂ ਸਹੂਲਤਾਂ ਹੈ ਲਗਭਗ ਸਾਰੀਆਂ ਕਿਸਾਨ ਤੇ ਨਿਰਭਰ ਹੈ। ਤਾਂ ਕਿਸਾਨ ਇੱਕ ਭੰਡਾਰੀ ਹੈ, ਇਸ ਜੱਗ ਨੂੰ ਪਾਲਣਹਾਰ, ਜਿਹੜਾ ਅੰਨਦਾਤਾ, ਜਿਹੜਾ ਅੰਨ ਦਿੰਦਾ ਹੈ, ਅੰਨ ਦੀ ਪੈਦਾ ਕਰਦਾ ਹੈ, ਪੈਦਾ ਕਰਕੇ ਸਾਰੇ ਜੱਗ 'ਚ ਵਰਤਾਉਂਦਾ ਹੈ, ਸਾਰੇ ਜੱਗ ਨੂੰ ਵੰਡਦਾ ਹੈ। ਤਾਂ ਉਹ ਕੌਣ ਹੈ? ਇੱਕ ਕਿਸਾਨ ਹੈ। ਕਿਸਾਨ ਕੋਲੋਂ ਵੀ ਰਾਜਾ ਜਿਹੜਾ ਹੱਥ ਅੱਡ ਅੱਡ ਕੇ ਮੰਗਦਾ ਹੈ, ਭਾਵ ਕਿ ਰਾਜਾ ਆਪ ਤਾਂ ਫਸਲ ਨਹੀਂ ਬੀਜਦਾ ਨਾ, ਉਹ ਵੀ ਕਿਸਾਨ ਤੋਂ ਵੀ ਫਸਲ ਦਾਣੇ ਲੈ ਕੇ ਆਪਣੀ ਰੋਟੀ ਖਾਂਦਾ ਹੈ। ਤਾਂ ਇਹ ਸੀ ਇਹਦਾ ਸਾਰ। ਹੁਣ ਆਪਾਂ ਗੱਲ ਕਰਦੇ ਹਾਂ ਇਹਦੀ ਪ੍ਰਸੰਗ ਸਹਿਤ ਵਿਆਖਿਆ ਦੀ। ਤਾਂ ਆਪਾਂ ਇਹਦੇ 3 ਪਾਰਟਾਂ ਦੇ ਵਿੱਚ ਇਹਦੀ ਵਿਆਖਿਆ ਕਰਾਂਗੇ। ਪਹਿਲੀ ਵਿਆਖਿਆ ਆਪਾਂ ਕਰਦੇ ਹਾਂ, ਕਾਵਿ ਸਤਰਾਂ ਲਿਖਦੇ ਹਾਂ। ਓਏ ਮੈਂ ਪੜ੍ਹਨ ਪੜ੍ਹਾਉਣ ਸਾਰਾ ਛੱਡਿਆ, ਓਏ ਮੈਂ
पढ़न पढ़ान सारा छड्डिया। ओए मैं पढ़न पढ़ान सारा छड्डिया, दिल मेरा आण वाही विच खुबिया सारा छड्डिया। दिल 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 मेरा आण वाही विच खुबिया। दिल मेरा आण वाहियां विच खुबिया, वाहियां विच खुबिया। तो लिखांगे वाहियां, वाहियां विच खुबिया। दिल मेरा आण वाहियां विच खुबिया, पैलियां मेरियां किताबां होइयां। पैली जिहड़ी जमीन है, पैलियां मेरियां किताबां होइयां। पैलियां मेरियां किताबां होइयां, जट बूट मेरे यार वो। जट बूट मेरे यार वो, जट बूट मेरे यार वो। लस्सी दा छन्ना दिंदे, लस्सी दा छन्ना दिंदे, लस्सी दा छन्ना दिंदे, बाजरे दी रोटी, बाजरे दी रोटी, मक्खन दी पिन्नी, मक्खन दी पिन्नी दिंदे। बाजरे दी रोटी ते मक्खन दी पिन्नी दिंदे, दुध दियां कटोरियां, दुध दियां कटोरियां, दुध दियां कटोरियां। ये है अपनी पहलियां काव सत्तरां। जे इस आपां कविता नूं 3 भागां दे विच पूरा करांगे। ये सन अपनियां पहलियां। ओए मैं पढ़न पढ़ाण सारा छड्डिया, दिल मेरा आण वाही विच खुबिया, पैलियां मेरियां किताबां होइयां, पैलियां मेरियां किताबां होइयां, जट बूट मेरे यार वो, जट बूट मेरे यार वो। लस्सी दा छन्ना दिंदे, बाजरे दी रोटी, मक्खन दी पिन्नी दिंदे, दुध दियां कटोरियां। आपां पहला करांगे इहदा प्रसंग। पहला लिखांगे प्रसंग। हर कविता दा जिन्नियां भी आपां हर एक कवि दी जिन्नियां भी कवितावां होणगियां उन्हां दे आपां प्रसंग लिखना जरूरी है। हुण आपां इह सारी दा एक प्रसंग मन सकदे हां, लास्ट वाली जिहड़ी लाइन हुंदी है उहदे विच तब्दीली हो सकदी है, बाकी लगभग अपना इक्को ही रहिंदा है। तां ये काव सत्तरां, ये काव सत्तरां कह सकदे हो या पंक्तियां भी कह सकते हैं। काव पंक्तियां साडे पंजाबी दी पाठ पुस्तक पंजाबी काव धारा
ਭਾਗ ਦੂਜਾ ਕਾਵ ਸੰਗ੍ਰਹਿ ਵਿੱਚ ਦਰਜ ਕਵੀ ਹਨ ਪ੍ਰੋਫੈਸਰ ਪੂਰਨ ਸਿੰਘ ਦੀ ਕਵਿਤਾ। ਕੀ ਨਾਮ ਹੈ ਕਵਿਤਾ ਦਾ? ਹਲ ਵਾਹੁਣ ਵਾਲੇ ਵਿੱਚੋਂ ਲਈਆਂ ਗਈਆਂ ਹਨ। ਭਾਗ ਦੂਜਾ ਪ੍ਰੋਫੈਸਰ ਪੂਰਨ ਸਿੰਘ। ਹਲ ਵਾਹੁਣ ਵਾਲੇ ਸਿੰਗਲ ਇਨਵਾਈਟਡ ਕੌਮਾ ਵੀ ਇਹਨਾਂ ਨੂੰ ਆਪਾਂ ਇੱਕ ਖਾਸ ਅਹੁਦਾ, ਇੱਕ ਵਿਸ਼ੇਸ਼ ਥਾਂ ਦੇਣਾ ਹੈ ਜਿਨ੍ਹਾਂ ਵਿੱਚੋਂ ਆਪਣੀਆਂ ਜਿਹੜੀਆਂ ਲਈਆਂ ਗਈਆਂ ਹਨ। ਤਾਂ ਕਿਤਾਬ ਦਾ ਨਾਂ, ਕਵੀ ਦਾ ਨਾਂ, ਕਵਿਤਾ ਦਾ ਨਾਂ ਲਿਖਣਾ ਬਹੁਤ ਜ਼ਰੂਰੀ ਹੈ। ਕੋਈ ਵੀ ਆਪਾਂ ਜਦੋਂ ਵਿਆਖਿਆ ਕਰਾਂਗੇ ਪ੍ਰਸੰਗ ਸਾਹਿਤ ਤਾਂ ਆਪਾਂ ਨੂੰ ਉਹਦੇ ਕਵੀ ਦਾ ਨਾਂ, ਕਵਿਤਾ ਦਾ ਨਾਂ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਹੈ। ਤਾਂ ਹੁਣ ਇੱਥੋਂ ਤੱਕ ਤਾਂ ਹੋ ਗਈ ਆਪਣੀ ਗੱਲ ਜਿਹੜੀ ਕਿਤਾਬ, ਕਵੀ ਤੇ ਕਵਿਤਾ ਦਾ। ਹੁਣ ਇਸ ਵਿੱਚ ਕਵੀ ਕੀ ਕਹਿ ਰਿਹਾ? ਤਾਂ ਇਸ ਰਚਨਾ ਵਿੱਚ ਕਵੀ ਹਲ ਵਾਹੁਣ ਵਾਲੇ ਪੰਜਾਬ ਦੇ ਕਿਸਾਨ ਦੀ ਵਡਿਆਈ ਕਰਦਾ ਹੈ। ਇਸ ਕਵਿਤਾ ਵਿੱਚ ਇਸ ਕਵਿਤਾ ਵਿੱਚ ਕਵੀ ਹਲ ਵਾਹੁਣ ਵਾਲੇ ਕਿਸਾਨ ਦੀ ਗੱਲ ਕਰਦਾ ਹੈ। ਜਿਹੜਾ ਕਿਸਾਨ ਹਲ ਵਾਹੁੰਦਾ ਹੈ ਉਸ ਕਿਸਾਨ ਦੀ ਕੀ ਕਰਦਾ ਹੈ? ਗੱਲ ਕਰਦਾ ਹੈ, ਵਡਿਆਈ ਕਰਦਾ ਹੈ, ਸਿਫਤ ਕਰਦਾ ਹੈ। ਹਲ ਵਾਹੁਣ ਵਾਲੇ ਕਿਸਾਨ ਦੀ ਗੱਲ ਕਰਦਾ ਹੈ ਅਤੇ ਉਹਨਾਂ ਨਾਲ ਮਿਲ ਕੇ ਜੀਵਨ ਦਾ ਆਨੰਦ ਲੈਂਦਾ ਹੈ। ਇਹਨਾਂ ਨਾਲ, ਕਿਸਾਨਾਂ ਨਾਲ। ਕਵੀ ਉਹਨਾਂ ਨਾਲ ਮਿਲ ਕੇ ਜੀਵਨ ਦਾ ਆਨੰਦ ਲੈਂਦਾ ਹੈ ਤੇ ਗੱਲ ਕਰਦਾ ਹੈ ਅਤੇ ਉਹਨਾਂ ਨਾਲ ਮਿਲ ਕੇ ਜੀਵਨ ਦਾ ਆਨੰਦ ਲੈਂਦਾ ਹੈ। ਕੌਣ ਲੈਂਦਾ ਹੈ? ਕਵੀ ਲੈਂਦਾ ਹੈ। ਤਾਂ ਇੱਥੋਂ ਤੱਕ ਸੀਗਾ ਆਪਣਾ ਜਿਹੜਾ ਪ੍ਰਸੰਗ। ਇਹ ਕਾਵਿ ਸਤਰਾਂ, ਇਹ ਕਾਵਿ ਪੰਕਤੀਆਂ ਸਾਡੀ ਪੰਜਾਬੀ ਦੀ ਪਾਠ ਪੁਸਤਕ ਪੰਜਾਬੀ ਕਾਵਿਧਾਰਾ ਭਾਗ ਦੂਜਾ ਕਾਵਿ ਸੰਗ੍ਰਹਿ ਦੇ ਵਿੱਚ ਦਰਜ ਪ੍ਰੋਫੈਸਰ ਪੂਰਨ ਸਿੰਘ ਦੀ ਲਿਖੀ ਹੋਈ ਕਵਿਤਾ ਹਲ ਵਾਹੁਣ ਵਾਲੇ ਵਿੱਚੋਂ ਲਈਆਂ ਗਈਆਂ ਹਨ। ਇਸ ਰਚਨਾ ਵਿੱਚ ਕਵੀ ਕਹਿੰਦਾ ਹੈ ਕਿ ਇਸ ਰਚਨਾ ਵਿੱਚ ਕਵੀ ਪੰਜਾਬ ਦੇ ਹਲ ਵਾਹੁਣ ਵਾਲੇ ਕਿਸਾਨਾਂ ਦੀ ਗੱਲ ਕਰਦਾ ਹੈ, ਉਹਨਾਂ ਦੀ ਵਡਿਆਈ ਕਰਦਾ ਹੈ, ਉਹਨਾਂ ਦੀ ਸਿਫਤ ਕਰਦਾ ਹੈ, ਉਹਨਾਂ ਨੂੰ ਸਲਾਹੁੰਦਾ ਹੈ ਇਸ ਕਵਿਤਾ ਦੇ ਵਿੱਚ। ਫਿਰ ਉਸ ਤੋਂ ਬਾਅਦ ਅਤੇ ਉਹਨਾਂ ਨਾਲ ਉਹ ਆਪ ਉਹਨਾਂ ਨਾਲ ਮਿਲ ਕੇ ਜਿਹੜਾ ਜੀਵਨ ਦਾ ਆਨੰਦ ਲੈਂਦਾ ਹੈ, ਕਿਸਾਨਾਂ ਨਾਲ ਮਿਲ ਕੇ ਜਿਹੜਾ ਆਪਣਾ ਕਵੀ ਹੈ। ਹੁਣ ਆਪਾਂ ਗੱਲ ਕਰਦੇ ਹਾਂ ਵਿਆਖਿਆ ਦੀ। ਓਏ ਮੈਂ ਪੜ੍ਹਨ ਪੜ੍ਹਾਣ ਸਾਰਾ ਛੱਡਿਆ।
ਹੁਣ ਕਵੀ ਕਹਿੰਦਾ है कि उसने सारा पढ़ना लिखना सब कुछ छड़ दिता, जिन्नी उसकी पढ़ाई सी जो ने सब ये काम छड़ दिते। कवि कहता है कि मैं पढ़ना पढ़ाना छड़ दिता। अगे दिल मेरा आन वाही विच खुबिया। हुण जिहड़ा कवि दा दिल है, कवि दा जिहड़ा मन है, कवि दी जिहड़ी इच्छा है, वाही वाही किहनूं कहने आपां, खेतीबाड़ी काम दे विच, खेतीबाड़ी काम करना, किसान के रूप दे विच काम करना, खेतीबाड़ी करना। तो जिहड़ा कवि का मन है वो उसने जिहड़ा अपना पढ़ाई दे विच सारा पढ़ना पढ़ाउणा उन्हें सब कुछ छड़ दिता। कवि का मन हुण वाही विच आके वाही दे कम्मां दे विच खुब गया है, भाव वाही दे कम्मां दे विच लग गया है। हुण उहदे मन की इच्छा यह है कि मैं ना पढ़ना है ना पढ़ाउणा है, मैं हुण खेती करनी है, मैं एक किसान बनना है। हो गया। फिर तो अगला है पैलियां मेरियां किताबां होइयां। हुण जिहड़ियां पैलियां है, जमीनां है, वो कवि दियां की बन गईयां, किताबां। कहंदा है भी जिहड़ियां पैलियां है वो मेरियां किताबां बन गईयां। जिवें एक जिहड़ा विद्यार्थी है वो मेहनत करता है अपनी पढ़ाई ते, किताबां पढ़ना, नंबर लेना, तो उस ते उहदी मेहनत हो है। जिहड़ा किसान है, किसान ने मेहनत करनी है पैली दे विच, जमीन दे विच, भूमि ते, उत्थे मेहनत करके फसल उगाउणी ते मेहनत दा फल लेना। जिहड़ा विद्यार्थी है उहदा मेहनत की है, पढ़ना लिखना ते चंगे नंबर लेना, उहदा जिहड़ा फर्ज है, उहदा कर्म है, उहनूं ओह काम करना पैंदा है। कवि ने पढ़ना पढ़ाउणा छड़ दिता, कवि का मन पैली दियां भाव वाही दे कम्मां विच खुब गया। कवि नूं जिहड़ियां पैलियां है ओहदियां किताबां बन गईयां। जट बूट मेरे यार वो। हुण जट बूट का मतलब है जिहड़ा जट बूट भाव जिहड़ा पैली दा मालक है, पैली दा जो मालक है, जट बूट का मतलब जमीन दे मालक, पैली दे जो मालक हैं उन्हां नूं आपां कहिया जट बूट। वो सब उहदे की बन गए, मित्र बन गए हैं, दोस्त बन गए हैं। जट बूट मेरे यार हो गए हैं, उहदे सब मित्र दोस्त हो गए। जो होर जमीनां दे मालक है, होर जमीनां दा वाहण वाला किसान जो काम कर रहा है, वो सब उहदे मित्र बन गए हैं। लस्सी दा छन्ना दिंदे। छन्ना कहंदे एक पित्तल दा भांडा हुंदा है, पित्तल का भांडा हुंदा है, गोल एक बाटी की तरह, थोड़ी शेप उहदी बाटी नालों अड हुंदी है, गोल हुंदा है। तां पित्तल का एक भांडा हुंदा है जो छन्ना हुंदा है, बर्तन हुंदा है। कवि नूं ओह पीण वास्ते पित्तल का भांडा भाव छन्ना ते लस्सी पा के दिंदे है। बाजरे की रोटी दिंदे हैं। रोटी किहड़ी दिंदे हैं? बाजरे की। मक्खण की पिन्नी दिंदे हैं। पिन्नी का भाव मक्खण का लड्डू वट के दे देना, पिन्नियां बनाउणे आ, सुनिया हुआ पिन्नी, पिन्नी पावे एक लड्डू तरह गोल मक्खण, मखनी हुंदी जिहड़ी मक्खण हुंदा है, उहनूं पिन्नी वट के बाजरे की रोटी ते पिन्नी ते पीण लई की दिंदे है? दुध दी कटोरी बाटी दुध दी दिंदे हन। किसनूं? कवि नूं। ते कवि कहंदा है मैं पढ़ना पढ़ाउणा सारा कुछ छड़ दिता, मेरा मन वाही दे कम्मां दे विच खुब गया, पैलियां मेरियां किताबां हो गईयां, जट बूट मेरे यार हो गए हैं। वो मैनू पीण, वो मैनू लस्सी का छन्ना पीण लई दिंदे है, खाण लई बाजरे की रोटी ते मक्खण की पिन्नी नाल दिंदे है, अते फिर इस तो बिना वो उसनूं पीण लई दुध भी दिता जाता है। तां पहली काव्य सत्तरां दे विच कवि की व्याख्या अपनी हो गई। तां इहदे विच आपां एक बार फिर रिवाइज करवा दिंदा है। कोई मैं पढ़न पढ़ाण सारा छड्डिया। कवि कहता है कि मैं पढ़ना पढ़ाउणा सारा कुछ छड़ दिता। दिल मेरा आण वाही विच खुबिया। कवि का दिल है वो वाही भाव खेतीबाड़ी कम्मां दे विच उहदा दिल है वो खुबिया होया है। पैलियां मेरियां किताबां होईयां। जिहड़ियां पैलियां है, जिहड़ी जमीनां है, ओहदियां किताबां हो गईयां। जट बूट मेरे यार वो, जिहड़े जट बूट है वो उसदे यार हो गए हन। लस्सी दा छन्ना दिंदे, बाजरे दी रोटी, मक्खण दी पिन्नी ते पीण लई दुध दी कटोरी। दुध दिंदे, दुध दियां कटोरियां। हुण पीण लई उसनूं लस्सी दा छन्ना दिता जांदा है, पीण लई बाजरे दी रोटी ते मक्खण दी पिन्नी नाल खाण लई दित्ती जांदी है,
ਅਤੇ ਇਸ ਨਾਲ ਉਹਨੂੰ ਦੁੱਧ ਵੀ ਦਿੱਤਾ ਜਾਂਦਾ ਹੈ। ਤਾਂ ਇਸ ਕਵਿਤਾ ਦਾ ਆਪਣਾ ਜਿਹੜੀ ਪਹਿਲਾ ਆਪਾਂ ਭਾਗ ਕੀਤਾ ਹੈ। ਹੁਣ ਆਪਾਂ ਇਹ ਦੂਜੀ ਕਾਵਿ ਸਤਰਾਂ ਇਸ ਕਵਿਤਾ ਨੂੰ ਆਪਾਂ 3 ਭਾਗਾਂ ਦੇ ਵਿੱਚ ਵੰਡ ਕੇ ਪੂਰੀ ਕਰਾਂਗੇ। ਹੁਣ ਆਪਾਂ ਕਰਦੇ ਹਾਂ ਦੂਜੀ ਕਾਵਿ ਸਤਰਾਂ। ਇਸੇ ਕਵਿਤਾ ਨੂੰ ਆਪਾਂ 3 ਭਾਗਾਂ 'ਚ ਵੰਡ ਕੇ ਇਹਨੂੰ ਪੂਰਾ ਕਰਾਂਗੇ। ਪਹਿਲੀ ਦੇ ਵਿੱਚ ਕਵੀ ਨੇ ਆਪਣਾ ਦੱਸਿਆ ਹੈ, ਵਿਚਾਰ ਪੇਸ਼ ਕੀਤਾ ਹੈ ਕਿ ਉਸਨੇ ਪੜ੍ਹਨਾ ਪੜ੍ਹਾਉਣਾ ਸਾਰਾ ਕੁਝ ਛੱਡ ਦਿੱਤਾ। ਉਹਦਾ ਜਿਹੜਾ ਮਨ ਹੈ ਉਹ ਪੈਲੀਆਂ ਦੇ ਭਾਵ ਖੇਤੀ ਦੇ ਕੰਮਾਂ 'ਚ, ਵਾਹੀ ਦੇ ਕੰਮਾਂ ਦੇ ਵਿੱਚ ਲੱਗ ਗਿਆ ਹੈ। ਤਾਂ ਦੂਜੀ ਹੈ ਸਾਗ ਦਿੰਦੇ ਦਾਣੇ ਦਿੰਦੇ ਭੁੰਨੇ। ਸਾਗ ਦਿੰਦੇ ਦਾਣੇ ਦਿੰਦੇ ਭੁੰਨੇ। ਸਾਗ ਦਿੰਦੇ ਦਾਣੇ ਦਿੰਦੇ ਭੁੰਨੇ, ਮੱਕੀ ਜਵਾਰ ਤੇ ਛੋਲਿਆਂ। ਮੱਕੀ ਜਵਾਰ ਤੇ ਛੋਲਿਆਂ। ਮੱਕੀ ਜਵਾਰ ਤੇ ਛੋਲਿਆਂ, ਪਾਣੀ ਠੰਡਾ ਖੂਹਾਂ ਦਾ ਦਿੰਦੇ। ਪਾਣੀ ਠੰਡਾ ਖੂਹਾਂ ਦਾ ਦਿੰਦੇ। ਪਾਣੀ ਠੰਡਾ ਖੂਹਾਂ ਦਾ ਦਿੰਦੇ। ਪਾਣੀ ਠੰਡਾ ਖੂਹਾਂ ਦਾ ਦਿੰਦੇ, ਖੁਸ਼ੀ ਦਿੰਦੇ ਪੀਣ ਨੂੰ ਜੀਣ ਨੂੰ। ਖੁਸ਼ੀ ਦਿੰਦੇ ਪੀਣ ਨੂੰ ਤੇ ਜੀਣ ਨੂੰ। ਖੁਸ਼ੀ ਦਿੰਦੇ ਪੀਣ ਨੂੰ ਤੇ ਜੀਣ ਨੂੰ। ਟਿੱਬੇ ਢੇਰ ਸਾਰੇ ਢਾਹ ਮੈਦਾਨ ਕਰਨ। ਟਿੱਬੇ ਢੇਰ ਸਾਰੇ ਢਾਹ ਮੈਦਾਨ ਕਰਨ। ਟਿੱਬੇ ਢੇਰ ਸਾਰੇ ਢਾਹ ਮੈਦਾਨ ਕਰਨ। ਇਹ ਲੋਕੀ ਹਨ ਮੇਰੇ ਰੱਬ ਦੀਆਂ ਪੈਲੀਆਂ। ਮੈਦਾਨ। ਇਹ ਲੋਕੀ ਹਨ ਮੇਰੇ ਰੱਬ ਦੀਆਂ ਪੈਲੀਆਂ। ਮੇਰੇ ਰੱਬ ਦੀਆਂ ਪੈਲੀਆਂ। ਇਹ ਹੈ ਆਪਣੀ ਜਿਹੜੀ ਦੂਜੀ ਕਾਵਿ ਸਤਰਾਂ। 3 ਭਾਗਾਂ 'ਚ ਕਰਨਾ ਹੈ। ਇੱਕ ਭਾਗ ਦੀ ਆਪਾਂ ਕਰ ਲਈ, ਦੂਜੇ ਭਾਗ ਦੀ ਆਪਾਂ ਚਰਚਾ ਕਰ ਰਹੇ ਹਾਂ। ਇਹ ਲੋਕੀ ਹਨ ਮੇਰੇ ਰੱਬ ਦੀਆਂ ਪੈਲੀਆਂ। ਸਾਗ ਦਿੰਦੇ ਦਾਣੇ ਦਿੰਦੇ ਭੁੰਨੇ, ਮੱਕੀ ਜਵਾਰ ਤੇ ਛੋਲਿਆਂ, ਪਾਣੀ ਠੰਡਾ ਖੂਹਾਂ ਦਾ ਦਿੰਦੇ, ਖੁਸ਼ੀ ਦਿੰਦੇ ਪੀਣ ਨੂੰ ਜੀਣ ਨੂੰ। ਟਿੱਬੇ ਢੇਰ ਸਾਰੇ ਢਾਹ ਮੈਦਾਨ ਕਰਨ, ਇਹ ਲੋਕੀ ਹਨ ਮੇਰੇ ਰੱਬ ਦੀਆਂ ਪੈਲੀਆਂ। ਪ੍ਰਸੰਗ ਆਪਣਾ ਉਹੀ ਰਹੂਗਾ, ਐਸੇ ਵਾਸਤੇ ਮੈਂ ਢਾਇਆ ਨਹੀਂ। ਪ੍ਰਸੰਗ ਮੰਨ ਲਓ ਹੁਣ ਪੇਪਰ ਦੇ ਵਿੱਚ ਆਹ ਕਵਿਤਾ ਆਉਂਦੀ ਹੈ ਤਾਂ ਤੁਸੀਂ ਇਸੇ ਤਰ੍ਹਾਂ ਇਹ ਪ੍ਰਸੰਗ ਲਿਖਣਾ ਹੈ। ਤਾਂ ਆਪਾਂ ਪ੍ਰਸੰਗ ਲਿਖਾਂਗੇ। ਆਪਣਾ ਜਿਹੜਾ ਪ੍ਰਸੰਗ ਹੈ ਉਹ ਇਹੀ ਰਹੂਗਾ। ਉਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਇਹਦੀ ਵਿਆਖਿਆ ਦੀ। ਹੁਣ ਕਵੀ ਕਹਿੰਦਾ ਹੈ ਸਾਗ ਦਿੰਦੇ ਦਾਣੇ ਦਿੰਦੇ ਭੁੰਨੇ। ਕਵੀ ਕਹਿੰਦਾ ਹੈ ਕਿ ਉਸਨੂੰ ਖਾਣ ਲਈ ਸਾਗ ਪਤਾ ਹੀ ਹੈ ਤੁਹਾਨੂੰ ਕਿਸ ਨੂੰ ਕਿਹਾ ਜਾਂਦਾ ਹੈ। ਜਿਹੜੀ ਆਪਣੀ ਸਰੋਂ ਹੁੰਦੀ ਹੈ, ਸਰੋਂ ਜਿਹੜੀ ਕੱਚੀ ਗੰਦਲਾਂ ਨੂੰ ਰਿੰਨ ਕੇ, ਜਿਵੇਂ ਆਪਾਂ ਸਬਜ਼ੀ ਬਣਾਉਣੇ ਰਿੰਨਦੇ ਹਾਂ, ਤਾਂ ਸਰੋਂ ਨੂੰ ਬਰੀਕ ਕੱਟ ਕੇ ਸਬਜ਼ੀ ਨੂੰ ਬਣਾਇਆ ਜਾਂਦਾ ਸਾਗ। ਤਾਂ ਸਾਗ ਖਾਣ ਨੂੰ ਕੀ ਦਿੰਦੇ? ਸਾਗ। ਜਿਹੜੇ ਭੁੰਨੇ ਦਾਣੇ ਕਾਹਦੇ? ਛੋਲੇ, ਮੱਕੀ ਤੇ ਜਵਾਰ ਦੇ। ਤਾਂ ਕਵੀ ਕਹਿੰਦਾ ਹੈ ਕਿ ਖਾਣ ਲਈ ਸਾਗ ਦਿੰਦੇ, ਚੱਬਣ ਲਈ ਮੱਕੀ, ਛੋਲੇ ਤੇ ਜਵਾਰ ਦੇ ਭੁੱਜੇ ਹੋਏ ਦਾਣੇ ਦਿੰਦੇ ਹਨ।
ਦਿੰਦੇ ਹਨ। ਠੰਡਾ ਪਾਣੀ ਖੂਹਾਂ ਦਾ, ਠੰਡਾ ਪਾਣੀ, ਖੂਹਾਂ ਦਾ ਪਾਣੀ ਕਿਹਦਾ ਹੁੰਦਾ ਹੈ? ਠੰਡਾ ਠਾਰ ਹੁੰਦਾ ਹੈ। ਖੂਹਾਂ ਦਾ ਠੰਡਾ ਪਾਣੀ ਪੀਣ ਲਈ ਮਿਲਦਾ, ਜਿਹੜਾ ਖੂਹਾਂ ਦਾ ਪਾਣੀ ਹੈ ਉਹ ਠੰਡਾ ਠਾਰ ਹੁੰਦਾ ਤੇ ਪੀਣ ਲਈ ਮਿਲਦਾ। ਇਹ ਜਿਹੜਾ ਪਾਣੀ ਹੈ ਇਸ ਪ੍ਰਕਾਰ ਮੈਨੂੰ ਪੀਣ ਅਤੇ ਜਿਉਣ ਲਈ, ਇਸ ਪ੍ਰਕਾਰ ਮੈਨੂੰ ਪੀਣ ਅਤੇ ਜਿਉਣ ਲਈ ਖੁਸ਼ੀ ਹੀ ਖੁਸ਼ੀ ਮਿਲਦੀ ਹੈ, ਆਨੰਦ ਹੀ ਆਨੰਦ ਮਿਲਦਾ ਹੈ। ਇਹ ਕਿਸਾਨ ਲੋਕ ਖੇਤਾਂ ਵਿੱਚ ਵੱਡੇ ਵੱਡੇ ਜਿਹੜੇ ਟਿੱਬਿਆਂ ਦੇ ਢੇਰ ਲੱਗੇ ਹੋਏ ਸਨ, ਉਹਨਾਂ ਨੂੰ ਢਾਹ ਕੇ ਇੱਕ ਉਹਨਾਂ ਨੇ ਪੱਧਰ ਮੈਦਾਨ ਬਣਾ ਦਿੱਤੇ ਹਨ। ਇਹ ਲੋਕ ਮੇਰੇ ਰੱਬ ਦੀਆਂ ਦਿੱਤੀਆਂ ਪੈਲੀਆਂ ਨੂੰ ਵਾਹੁੰਦੇ ਹਨ। ਇਹ ਲੋਕ ਮੇਰੇ ਰੱਬ ਦੀਆਂ ਦਿੱਤੀਆਂ ਪੈਲੀਆਂ ਨੂੰ ਵਾਹੁੰਦੇ ਹਨ। ਸਾਗ ਦਿੰਦੇ, ਦਾਣੇ ਦਿੰਦੇ, ਭੁੰਨੇ, ਭੁੰਨੇ ਭਾਵ ਉਹਨਾਂ ਨੂੰ ਰਾੜ ਕੇ ਭੁੰਨ ਕੇ ਜਿਵੇਂ ਦਾਣੇ ਬਣਾਉਣੇ, ਛੋਲੇ ਕਿਹੜੇ ਕਿਹੜੇ? ਮੱਕੀ, ਜਵਾਰ ਤੇ ਛੋਲਿਆਂ। ਉਹ ਕਹਿੰਦਾ ਵੀ ਖਾਣ ਨੂੰ ਤਾਂ ਸਾਗ ਦਿੱਤਾ ਜਾਂਦਾ ਹੈ ਤੇ ਜਿਹੜੇ ਚੱਬਣ ਲਈ ਤਾਂ ਮੱਕੀ, ਜਵਾਰ ਤੇ ਛੋਲਿਆਂ ਦੇ ਭੁੰਨੇ ਹੋਏ ਦਾਣੇ ਦਿੱਤੇ ਜਾਂਦੇ ਹਨ। ਪਾਣੀ ਠੰਡਾ ਖੂਹਾਂ ਦਾ ਦਿੰਦੇ। ਹੁਣ ਪੀਣ ਵਾਸਤੇ ਪਾਣੀ ਦੀ ਵਰਤੋਂ ਕਿਹੜੀ ਕਰਦੇ ਸਨ ਪੁਰਾਣੇ ਸਮੇਂ ਦੇ ਵਿੱਚ? ਖੂਹਾਂ ਦੇ ਪਾਣੀ ਦਾ। ਖੂਹਾਂ ਦਾ ਪਾਣੀ ਸਾਫ਼ ਠੰਡਾ ਹੁੰਦਾ ਸੀ, ਕਿਉਂਕਿ ਪਾਣੀ ਪੀਣ ਨਾਲ ਇਹਨਾਂ ਸਾਰਿਆਂ ਚੀਜ਼ਾਂ ਤੋਂ ਖੁਸ਼ੀ ਮਿਲਦੀ ਸੀ। ਪੀਣ ਨਾਲ, ਪੀਣ ਨੂੰ ਵੀ ਤੇ ਜੀਣ ਨੂੰ ਵੀ। ਵੀ ਆਪਾਂ ਜੀਵਨ ਹੈ, ਆਪਾਂ ਨੂੰ ਖਾਣ ਪਾਣ ਵੀ ਤਾਂ ਚਾਹੀਦਾ, ਜੀਣ ਵਾਸਤੇ ਵੀ ਖੁਸ਼ੀ ਮਿਲਦੀ ਇਹੋ ਜਿਹੀਆਂ ਵਸਤੂਆਂ ਖਾ ਕੇ, ਤੇ ਖੂਹਾਂ ਦਾ ਪਾਣੀ ਪੀ ਕੇ ਵੀ ਖੁਸ਼ੀ ਮਿਲਦੀ। ਟਿੱਬੇ ਸਾਰੇ ਢਾਹ ਮੈਦਾਨ ਕਰਨ। ਹੁਣ ਜੇ ਟਿੱਬੇ ਸੀਗੇ, ਟਿੱਬੇ ਲੱਗੇ ਸੀ ਉੱਚੇ ਉੱਚੇ, ਟਿੱਬਿਆਂ ਨੂੰ ਢਾਹ ਕੇ ਕੀ ਕਰਤਾ? ਪੱਧਰ ਕਰਤਾ, ਸਮਤਲ ਬਣਾਤਾ ਮੈਦਾਨ ਕਰਨ। ਇਹ ਲੋਕੀ ਹਨ ਮੇਰੇ ਰੱਬ ਦੀਆਂ, ਇਹ ਸਾਰੇ ਲੋਕ ਮੇਰੇ ਰੱਬ ਦੀਆਂ, ਉਸ ਪਰਮਾਤਮਾ ਦੀਆਂ ਬਖਸ਼ੀਆਂ ਹੋਈਆਂ ਪੈਲੀਆਂ ਦੇ ਉੱਤੇ ਆਪਣੀਆਂ ਫਸਲਾਂ ਨੂੰ ਵਾਹ ਰਹੇ ਹਨ, ਆਪਣੀਆਂ ਫਸਲਾਂ ਬੀਜ ਰਹੇ ਹਨ ਤੇ ਆਪਣਾ ਜੀਵਨ ਬਤੀਤ ਕਰ ਰਹੇ ਹਨ। ਇਹ ਸੀ ਆਪਣੀ ਦੂਜੀ ਵਿਆਖਿਆ। ਸਾਗ ਦਿੰਦੇ, ਦਾਣੇ ਦਿੰਦੇ, ਭੁੰਨੇ, ਮੱਕੀ, ਜਵਾਰ, ਛੋਲਿਆਂ। ਵੀ ਸਾਗ ਦਿੰਦੇ ਆ ਖਾਣ ਨੂੰ ਤੇ ਚੱਬਣ ਲਈ ਮੱਕੀ, ਜਵਾਰ ਤੇ ਛੋਲਿਆਂ ਦੇ ਭੁੱਜੇ ਹੋਏ ਦਾਣੇ ਦਿੱਤੇ ਜਾਂਦੇ ਹਨ। ਪੀਣ ਲਈ ਖੂਹਾਂ ਦਾ ਠੰਡਾ ਪਾਣੀ ਦਿੱਤਾ ਜਾਂਦਾ ਹੈ, ਜਿਹਦੇ ਨਾਲ ਖੁਸ਼ੀ ਵੀ ਮਿਲਦੀ ਹੈ ਤੇ ਆਨੰਦ ਵੀ ਮਿਲਦਾ, ਜੀਣ ਦੀ ਵੀ ਖੁਸ਼ੀ ਹੁੰਦੀ ਹੈ ਤੇ ਪੀਣ ਅਤੇ ਜੀਣ ਦੀ ਖੁਸ਼ੀ ਹੀ ਖੁਸ਼ੀ ਮਿਲਦੀ ਹੈ। ਜਿੰਨੇ ਟਿੱਬੇ ਸੀ ਉਹਨਾਂ ਸਾਰੇ ਟਿੱਬਿਆਂ ਨੂੰ ਢਾਹ ਕੇ ਪੱਧਰ ਕਰ ਲਿਆ, ਆਪਣੇ ਵਾਹੁਣ ਲਈ ਜ਼ਮੀਨ ਤਿਆਰ ਕਰ ਲਈ ਤੇ ਇਹ ਸਾਰੇ ਲੋਕ ਹਨ ਮੇਰੇ ਰੱਬ ਦੀਆਂ ਪੈਲੀਆਂ ਨੂੰ ਵਾਹ ਕੇ ਆਪਣਾ ਜੀਵਨ, ਫਸਲਾਂ ਬੀਜਦੇ ਹਨ, ਆਪਣਾ ਜੀਵਨ ਜਿਉਂਦੇ ਹਨ। ਇਹ ਸੀ ਆਪਣੀ ਦੂਜੀ ਜਿਹੜੀ ਕਾਵਿ ਸਤਰਾਂ ਦੀ ਪ੍ਰਸੰਗ ਸਹਿਤ ਵਿਆਖਿਆ। ਹੁਣ ਆਪਾਂ ਕਰਾਂਗੇ ਤੀਜੀ ਤੇ ਆਪਣੀ ਲਾਸਟ, ਫਿਰ ਆਪਣੀ ਪ੍ਰੋਫੈਸਰ ਪੂਰਨ ਸਿੰਘ ਦੀ ਜਿਹੜੀ ਦੂਜੀ ਕਵਿਤਾ ਹੈ ਹੱਲ ਵਾਹੁਣ ਵਾਲੇ, ਉਹ ਆਪਣੀ ਪੂਰੀ ਹੋ ਜਾਊਗੀ। ਫਿਰ ਆਪਾਂ ਕਰਾਂਗੇ ਅਗਲੀ ਤੀਜੀ। ਬੀਜ ਬੀਜਣ ਇਹ ਹੱਲ ਚਲਾਣ। ਬੀਜ ਬੀਜਣ ਇਹ ਹੱਲ ਚਲਾਣ। ਬੀਜ ਬੀਜਣ ਹੱਲ ਚਲਾਣ, ਘਾਲਾਂ ਘਾਲਣ ਪੂਰੀਆਂ। ਘਾਲਾਂ ਘਾਲਣ ਪੂਰੀਆਂ, ਘਾਲਾਂ ਘਾਲਣ ਪੂਰੀਆਂ। ਬੀਜ ਬੀਜਣ ਹੱਲ ਚਲਾਣ, ਘਾਲਾਂ ਘਾਲਣ ਪੂਰੀਆਂ। ਖਾਣ ਥੋੜਾ ਪਹਿਨਣ ਮੋਟਾ ਸੋਟਾ। ਖਾਣ ਥੋੜਾ ਪਹਿਨਣ ਮੋਟਾ ਛੋਟਾ। ਮੋਟਾ ਛੋਟਾ। ਵੇਖਣ ਮੁੜ ਮੁੜ ਵੱਲ ਬੱਦਲਾਂ। ਵੇਖਣ ਮੁੜ ਮੁੜ ਬੱਦਲਾਂ। ਵੇਖਣ ਮੁੜ ਮੁੜ, ਵੇਖਣ ਮੁੜ ਮੁੜ ਬੱਦਲਾਂ।
ਇਹ ਹਨ ਜਗ ਦੇ ਭੰਡਾਰੀ, ਇਹ ਹਨ ਜਗ ਦੇ ਭੰਡਾਰੀ, ਭੰਡਾਰੀ ਇਹ ਹਨ ਜਗ ਦੇ ਭੰਡਾਰੀ। ਰਾਜੇ ਹੱਥ ਅੱਡ ਅੱਡ ਮੰਗਦੇ ਇੱਥੋਂ ਰੋਟੀਆਂ, ਰਾਜੇ ਹੱਥ ਅੱਡ ਅੱਡ ਇੱਥੋਂ ਮੰਗਦੇ ਰੋਟੀਆਂ, ਇੱਥੋਂ ਮੰਗਦੇ ਰੋਟੀਆਂ। ਰਾਜੇ ਹੱਥ ਅੱਡ ਅੱਡ ਮੰਗਦੇ ਇੱਥੋਂ ਰੋਟੀਆਂ। ਤਾਂ ਇਹ ਹੈ ਆਪਣੀ ਜਿਹੜੀ ਤੀਜੀ ਜਿਹੜੀ ਵਿਆਖਿਆ ਕਰਾਂਗੇ ਕਾਵਿ ਸੂਤਰਾਂ ਦਾ ਤੀਜਾ ਪਾਰਟ ਹੈ। ਤਾਂ 3 ਹਿੱਸਿਆਂ ਦੇ ਵਿੱਚ ਆਪਾਂ ਇਸ ਕਵਿਤਾ ਨੂੰ ਵੰਡਿਆ ਸੀ। ਹੁਣ ਆਪਾਂ ਇਸ ਕਵਿਤਾ ਦਾ ਲਾਸਟ ਪਾਰਟ ਪੂਰਾ ਕਰਨ ਜਾ ਰਹੇ ਹਾਂ। ਬੀਜ ਬੀਜਣ ਹਲ ਚਲਾਉਣ। ਹੁਣ ਕਵੀ ਕਹਿੰਦਾ ਹੈ ਕਿ ਜੋ ਕਿਸਾਨ ਹੈ ਹਲ ਚਲਾਉਂਦਾ ਹੈ, ਹਲ ਵਾਹੁੰਦਾ ਹੈ, ਜ਼ਮੀਨ ਨੂੰ ਵਾਹੁਣ ਵਾਸਤੇ ਹਲ ਚਲਾਉਂਦਾ ਹੈ, ਬੀਜ ਬੀਜੇ ਜਾਂਦੇ ਹਨ ਤੇ ਉਹ ਪੂਰੀ ਘਾਲਦਾ ਹੈ, ਭਾਵ ਪੂਰੀ ਮਿਹਨਤ ਕਰਦਾ ਹੈ, ਪੂਰੀ ਮਿਹਨਤ ਮੁਸ਼ੱਕਤ ਨਾਲ ਆਪਣੀ ਮਿਹਨਤ ਨਾਲ ਕਮਾਈ ਕਰਦਾ ਹੈ। ਉਹ ਥੋੜਾ ਖਾਂਦੇ, ਖਾਣ ਥੋੜਾ ਪਹਿਨਣ ਮੋਟਾ ਸੋਟਾ। ਹੁਣ ਉਹ ਖਾਂਦੇ ਥੋੜਾ ਹੈ ਪਰ ਪਹਿਨਦੇ ਮੋਟਾ ਸੋਟਾ। ਜਿਹੜਾ ਉਹਨਾਂ ਨੂੰ ਮਿਲ ਗਿਆ ਪਹਿਨਣ ਲਈ ਉਹ ਜਿਹਾ ਉਹਨਾਂ ਨੇ ਪਾਇਆ ਤੇ ਆਪਣੇ ਖੇਤੀ ਦੇ ਵਿੱਚ ਕੰਮ ਵਿੱਚ ਲੱਗ ਗਏ। ਤਾਂ ਕਵੀ ਕਹਿੰਦਾ ਹੈ ਕਿ ਜਿਹੜਾ ਕਿਸਾਨ ਹੈ ਉਹ ਹਲ ਵਾਹੁੰਦੇ ਹਨ, ਬੀਜ ਬੀਜਦੇ ਹਨ ਅਤੇ ਪੂਰੀ ਘਾਲਦੇ ਹਨ, ਖਾਂਦੇ ਥੋੜਾ ਹਨ, ਪਹਿਨਦੇ ਮੋਟਾ ਸੋਟਾ। ਜਿਹੜਾ ਮਿਲ ਗਿਆ ਉਹ ਜਿਹਾ ਪਾ ਲੈਂਦੇ ਹਨ। ਉਹ ਮੁੜ ਮੁੜ ਬੱਦਲਾਂ ਦੇ ਵੱਲ ਦੇਖਦੇ ਹਨ, ਮੁੜ ਮੁੜ ਬੱਦਲਾਂ ਵੱਲ ਤੱਕਦੇ ਹਨ, ਭਾਵ ਰੱਬ ਤੇ ਆਸ ਰੱਖ ਕੇ ਸਾਰੇ ਕੰਮ ਕਰਦੇ ਹਨ ਤੇ ਫਸਲ ਦੇ ਵਧਣ ਫੁੱਲਣ ਲਈ ਮੀਂਹ ਦੀ ਹਰ ਸਮੇਂ ਉਡੀਕ ਕਰਦੇ ਰਹਿੰਦੇ ਹਨ ਵੀ ਮੀਂਹ ਪਵੇ। ਬੱਦਲਾਂ ਕਨੀ ਵੇਖਣ ਦਾ ਭਾਵ ਕੀ ਹੈ ਕਿ ਮੀਂਹ ਪੈਣ ਦੀ ਉਮੀਦ ਹੈ ਕਿ ਨਹੀਂ। ਜੇ ਮੀਂਹ ਪਊਗਾ ਤਾਂ ਫਸਲ ਚੰਗੀ ਹੋਊਗੀ, ਨਹੀਂ ਤਾਂ ਨਹੀਂ ਹੋਣੀ। ਇਹ ਜਿਹੜੇ ਕਿਸਾਨ ਹੈ, ਇਹ ਕਿਸਾਨ ਜਗ ਦਾ ਭੰਡਾਰੀ ਹੈ। ਜਗ ਦਾ ਭੰਡਾਰੀ ਕਿਹਾ ਜਾਂਦਾ ਹੈ। ਸਾਰੇ ਸੰਸਾਰ ਨੂੰ ਅੰਨ ਦੇਣ ਵਾਲਾ ਇੱਕ ਕਿਸਾਨ ਹੀ ਹੈ ਜੋ ਸਾਰੇ ਸੰਸਾਰ ਨੂੰ ਪੈਦਾ ਕਰਕੇ ਅੰਨ ਦਿੰਦਾ ਹੈ। ਫਿਰ ਰਾਜੇ ਵੀ ਇੱਥੇ ਹੱਥ ਅੱਡ ਅੱਡ ਕੇ ਇੱਥੋਂ ਰੋਟੀਆਂ ਮੰਗਦੇ ਹਨ, ਭਾਵ ਵੀ ਰਾਜੇ ਵੀ ਜਿਹੜੇ ਇਸ ਦਾ ਪੈਦਾ ਕੀਤਾ ਹੋਇਆ ਅੰਨ ਖਾਂਦੇ ਹਨ। ਬੀਜ ਬੀਜਣ ਇਹ ਹਲ ਚਲਾਣ। ਬੀਜ ਬੀਜਦੇ ਹੈ ਤੇ ਹਲ ਨੂੰ ਚਲਾਉਂਦੇ ਹੈ ਕੌਣ? ਕਿਸਾਨ। ਜਿਹੜਾ ਪੰਜਾਬ ਦਾ ਕਿਸਾਨ ਹੈ, ਜੋ ਵੀ ਕਿਸਾਨ ਹੈ ਉਹ ਬੀਜ ਬੀਜਦਾ ਹੈ, ਹਲ ਚਲਾਉਂਦਾ ਹੈ, ਘਾਲਣ ਪੂਰੀਆਂ। ਹੁਣ ਉਹ ਜਿਹੜੀਆਂ ਮਿਹਨਤ ਮੁਸ਼ੱਕਤ ਹੈ, ਪੂਰੀ ਮਿਹਨਤ ਦੇ ਨਾਲ ਇਮਾਨਦਾਰੀ ਦੇ ਨਾਲ ਮਿਹਨਤ ਕਰਦੇ ਹੈ। ਖਾਣ ਥੋੜਾ ਪਹਿਨਣ ਮੋਟਾ ਸੋਟਾ। ਖਾਣ ਵਾਸਤੇ ਥੋੜਾ ਵਰਤ ਖਾਂਦੇ ਥੋੜਾ ਹੈ, ਕੰਮ ਵੱਧ ਕਰਦੇ ਹੈ। ਜਿਹੋ ਜਿਹਾ ਉਹਨਾਂ ਨੂੰ ਮਿਲ ਗਿਆ ਉਹ ਜਿਹਾ ਉਹ ਆਪਣਾ ਪਾ ਲੈਂਦੇ ਹੈ। ਵੇਖਣ ਮੁੜ ਮੁੜ ਬੱਦਲਾਂ ਵੱਲ। ਮੁੜ ਮੁੜ ਵੇਖਣ ਦਾ ਭਾਵ ਇਹ ਹੈ ਕਿ ਜਿਹੜੇ ਬੱਦਲ ਹੈ ਹੁਣ ਉਹ ਬੱਦਲਾਂ ਕੰਨੀ ਵੇਖਣ ਦਾ ਭਾਵ ਮੀਂਹ ਦੀ ਆਸ ਰੱਖਦੇ ਆ। ਮੀਂਹ ਚੱਜਦਾ ਪੈ ਜਾਵੇ ਤਾਂ ਉਹਨਾਂ ਦੀ ਫਸਲ ਵੀ ਵਧੀਆ ਹੋ ਜਾਵੇਗੀ, ਵਧੀਆ ਫਲੂਗੀ ਫੁੱਲੂਗੀ। ਇਹ ਹਨ ਜਗ ਦੇ ਭੰਡਾਰੀ। ਭੰਡਾਰੀ ਭਾਵ ਜਗ ਨੂੰ ਅੰਨ ਦੇਣ ਵਾਲਾ ਇੱਕ ਕਿਸਾਨ ਹੈ ਜੋ ਕਿ ਸਾਰੇ ਸੰਸਾਰ ਸਾਰੇ ਜਗ ਨੂੰ ਅੰਨ ਪੈਦਾ ਕਰਕੇ ਦਿੰਦਾ ਹੈ, ਸਿਰਫ ਕਿਸਾਨ। ਰਾਜੇ ਹੱਥ ਅੱਡ ਅੱਡ ਇੱਥੋਂ ਮੰਗਦੇ ਰੋਟੀਆਂ। ਹੁਣ ਰਾਜਾ ਹੈ, ਉਹਨੇ ਜੇ ਰੋਟੀ ਖਾਣੀ ਹੈ ਤਾਂ ਉਹ ਵੀ ਕਿਸਾਨ ਤੋਂ ਹੀ ਅੰਨ ਲੈ ਕੇ ਆਊਗਾ। ਉਹ ਤਾਂ ਰਾਜਾ ਤਾਂ ਫਸਲ ਪੈਦਾ ਅਨਾਜ ਪੈਦਾ ਨਹੀਂ ਕਰਦਾ, ਉਹ ਵੀ ਕਿਸਾਨ ਦੇ ਕੋਲੋਂ ਹੀ ਅੰਨ ਭਾਵ ਅਨਾਜ ਲੈ ਕੇ ਫਿਰ ਰੋਟੀ ਖਾਂਦਾ ਹੈ ਜਿਹੜਾ ਰਾਜਾ ਹੈ। ਤਾਂ ਇਹ ਸੀ ਆਪਣੀ ਇਸ ਕਵਿਤਾ ਦੀ ਵਿਆਖਿਆ। ਹੁਣ ਆਪਾਂ ਇੱਕ ਚਰਚਾ ਕਰਾਂਗੇ ਜਿਹੜਾ ਆਪਣਾ ਸਾਰ ਹੈ ਕਿ ਇਸ ਦਾ ਸਾਰ ਦੇ ਵਿੱਚ ਆਪਣੀ ਕਵਿਤਾ ਦਾ ਨਾਮ ਹੈ ਹਲ। ਪ੍ਰਸ਼ਨ ਲਿਖਦੇ ਹਾਂ ਆਪਾਂ, ਹਲ ਵਾਹੁਣ ਵਾਲੇ ਕਵਿਤਾ ਦਾ ਸਾਰ ਵੀ ਕਹਿ ਸਕਦੇ ਹੋ। ਵਿਸ਼ਾ ਵਸਤੂ
वस्तु अपने शब्दां विच लिखो, शब्दां विच लिखो। हुण आपां जिन्नी व्याख्या समझी है उन सारे नूं सरल करके आपां लिख देना है इसे कविता दे विच। तां आपां शोर्ट दे विच तुहानूं सारा मैं सार समझा देना कि जिहड़ा कवि है, ये कविता हल होण वाली कविता जो कि प्रोफैसर पूर्ण सिंह की लिखी हुई कविता है। इस कविता विच कवि ने दस्सिया है कि उहदा जिहड़ा मन है, जिहड़ा खेतां दे विच पैलियां दे विच लग गया, उन्हें पढ़ना पढ़ाउणा छड्ड दिता। हुण उन्हें जिहड़ा ओहदियां पैलियां किताबां बन गईयां, जट बूट ओहदे यार बन गए, पीण लई उहनूं लस्सी, बाजरे दी रोटी, बाजरे दी रोटी ते मक्खण दी पिन्नी दित्ती जांदी है ते पीण वास्ते दुध दीयां बाटियां दित्तियां जांदियां हन। फिर क्या कहंदा है कि जिहड़ा किसान है ਉਹ ਉਸ ਨੂੰ ਸਿਖਾਉਣ ਲਈ ਸਾਗ ਤੇ ਚੱਬਣ ਲਈ ਮੱਕੀ, ਛੋਲੇ ਤੇ ਜਵਾਰ ਦੇ ਦਾਣੇ ਚੱਬਣ ਲਈ ਦਿੱਤੇ ਜਾਂਦੇ ਹਨ। ਇਸ ਤੋਂ ਬਿਨਾਂ ਖੂਹਾਂ ਦਾ ਠੰਡਾ ਪਾਣੀ ਪੀਣ ਲਈ, ਜੋ ਕਿ ਉਹਦੇ ਜ਼ਿੰਦਗੀ ਨੂੰ, ਮਨ ਨੂੰ ਠੰਡਾ ਕਰਦੇ ਹੈ, ਉਹਦੀ ਆਤਮਾ ਨੂੰ ਠੰਡਾ ਕਰਦੇ ਹੈ, ਖੁਸ਼ੀ ਦਿੰਦੇ ਹੈ। ਫਿਰ ਕਿਸਾਨ ਜਿਹੜੇ ਖੇਤਾਂ ਦੇ ਵਿੱਚ ਜਿਹੜੇ ਉੱਚੇ ਉੱਚੇ ਟਿੱਬੇ ਸੀ ਉਹਨਾਂ ਨੂੰ ਢਾਹ ਕੇ पत्थर करके मैदान बना के रब दियां दित्तियां होईयां पैड़ियां ते फसल बीजते हैं, मेहनत करते हैं, अपना जिहड़ा गुजारा करते हैं। फिर वो कहता है कि जिहड़ा किसान है ये बीज बीजदा है, हल वाहुंदा है, मोटा सोटा पाउंदा है ते अपना समा गुजारदा है, मुड़ मुड़ बदलां दे वल तकदा है, मींह दी आस रखदा है, रब ते भरोसा रख के सारे काम करदा है। फिर उस तो बाद मींह दी उड़ीक तां करदा है कि फसल वधिया फले फुले, इस बारे वो आस रखता है। तो इसे आस ते वो सारे काम करता रहता है। किसान जग दा पंडाली है ते राजे भी इस तो रोटी मंग के खाते हैं, इसका पैदा किया हुआ अनाज खाते हैं। तो ये सी अपना हाँ हुण है केंद्री भाव, हल वाउण वाली कविता का केंद्री भाव। इस विच कवि जिहड़े प्रोफैसर पूर्ण सिंह ने दस्सिया कि हल वाउण वाले किसान की महिमा, ਉਹਦੀ ਵਡਿਆਈ ਕੀਤੀ ਹੈ, ਸਿਫਤ ਕੀਤੀ ਹੈ ਤੇ ਨਾਲ ਹੀ ਉਹਨਾਂ ਦੇ ਨਾਲ ਜਿਹੜਾ ਸ਼ਾਮਿਲ ਹੋ ਕੇ ਕੰਮ ਕਰਨ ਦੀ ਇੱਛਾ ਪੈਦਾ ਕੀਤੀ ਹੈ ਅਤੇ ਜੀਵਨ ਦੇ ਵਿੱਚ ਖੁਸ਼ੀ ਮਾਣਨ ਦਾ ਆਨੰਦ ਦੱਸਿਆ ਹੈ ਕਿਸਾਨ ਦੇ ਬਾਰੇ। ਤਾਂ ਇਹ ਸੀ ਆਪਣਾ ਦੂਜਾ ਪਾਠ ਪ੍ਰੋਫੈਸਰ ਪੂਰਨ ਸਿੰਘ ਦੀ ਦੂਜੀ ਕਵਿਤਾ ਹਲ ਵਾਹੁਣ ਵਾਲੇ, ਜੋ ਕਿ ਪੂਰੀ ਹੋ ਗਈ ਹੈ। ਅਗਲੀ ਵੀਡੀਓ ਦੇ ਵਿੱਚ ਆਪਾਂ ਇਹਨਾਂ ਦੀ ਤੀਜੀ ਕਵਿਤਾ ਕਰਾਂਗੇ। ਉਹਨੇ ਚਿਰ ਵਿੱਚ ਤੁਸੀਂ ਇਹਨੂੰ ਧਿਆਨ ਨਾਲ ਸੁਣਨਾ, ਸਮਝਣਾ ਤੇ नोट करना। धन्यवाद।